ਅਸੀਂ ਆਈਲੈਟਸ ਨੂੰ ਇੱਕ ਰਿਸ਼ਤਾ ਬਣਾਉਣ ਦੇ ਲਈ ਇੱਕ ਕ੍ਰਾਈਟੇਰੀਆ ਬਣਾ ਲਿਆ ਕਿ ਆਈਲੈਟਸ ਸਾਡੇ ਰਿਸ਼ਤਿਆਂ ਨੂੰ ਜੋੜਨ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰ ਰਿਹਾ। ਇਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਇੱਕ ਚੀਜ਼ ਨਾਲ ਲਿਖੀ ਹੋਈ ਆ, ਵਿਆਹ ਪੱਕਾ ਜਾਂ ਵਿਆਹ ਕੱਚਾ, ਖਰਚਾ ਲੜਕੇ ਵਾਲਾ ਕਰੇਗਾ। ਸੋ ਜੇ ਅਸੀਂ ਇਹੋ ਜਿਹੇ ਰਿਸ਼ਤੇ ਕਰਦੇ ਹਾਂ ਤਾਂ ਕੀ ਸਾਨੂੰ ਪਹਿਲਾਂ ਹੀ ਮੈਂਟਲੀ ਪ੍ਰਪੇਅਰ ਰਹਿਣ ਦੀ ਲੋੜ ਨਹੀਂ ਹੈ ਕਿ ਸਾਨੂੰ ਨਫਾ ਵੀ ਹੋ ਸਕਦਾ ਜਾਂ ਸਾਨੂੰ ਨੁਕਸਾਨ ਵੀ ਹੋ ਸਕਦਾ। ਪ੍ਰਾਈਮ ਵਿਮਨ ਦੇ ਗੱਲਾਂ ਵਿੱਚੋਂ ਗੱਲ ਕੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅੱਜ ਅਸੀਂ ਜਿਸ ਸਰਸਰੀ ਗੱਲ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਰਿਸ਼ਤੇ ਅਸੀਂ ਕਿਸ ਤਰ੍ਹਾਂ ਲੱਭਦੇ ਹਾਂ ਔਰ ਰਿਸ਼ਤੇ ਹੀ ਰਿਸ਼ਤੇ ਮੈਟਰੀਮੋਨੀਅਲ ਸਰਵਿਸ ਜਿਹੜੀ ਹੈਗੀ ਆ ਉਹਦਾ ਕੀ ਯੋਗਦਾਨ ਆ ਤੇ ਕਿਸ ਤਰ੍ਹਾਂ ਰਿਸ਼ਤਿਆਂ ਦੇ ਇਸ਼ਤਿਹਾਰ ਆਉਂਦੇ ਨੇ। ਜੇ ਅਸੀਂ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਵਿਚੋਲਾ ਇੱਕ ਅਹਿਮ ਰੋਲ ਅਦਾ ਕਰਦਾ ਸੀ। ਵਿਚੋਲੇ ਦੇ ਉੱਤੇ ਦੋਨੋਂ ਧਿਰਾਂ ਵਿਸ਼ਵਾਸ ਕਰਦੀਆਂ ਸੀ ਔਰ ਮੰਨਦੀਆਂ ਸੀ ਕਿ ਉਹ ਦੋਨਾਂ ਧਿਰਾਂ ਦੇ ਵਿੱਚ ਇੱਕ ਕੜੀ ਦਾ ਕੰਮ ਕਰੇਗਾ। ਮਸਕਰੀ ਦੇ ਨਾਲ ਕਈ ਵਾਰੀ ਇਹ ਵੀ ਕਹਿ ਦਿੱਤਾ ਜਾਂਦਾ ਸੀ ਕਿ ਵਿਚੋਲਾ ਵਿੱਚ ਓਲਾ ਰੱਖਦਾ। ਹੌਲੀ ਹੌਲੀ ਸਮਾਂ ਬਦਲ ਗਿਆ ਤੇ ਰੁਖ ਅਸੀਂ ਅਖਬਾਰਾਂ ਵੱਲ ਕਰ ਲਿਆ। ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਪਣ ਲੱਗ ਗਏ। ਇਸ਼ਤਿਹਾਰਾਂ ਦੇ ਵਿੱਚੋਂ ਹੀ ਅਸੀਂ ਵਰ ਤੇ ਕੰਨਿਆ ਦੀ ਲੋੜ ਦੇ ਇਸ਼ਤਿਹਾਰ ਦੇਖ ਕੇ ਰਿਸ਼ਤੇ ਕਰਨ ਲੱਗ ਗਏ। ਹੁਣ ਸਮਾਂ ਬਹੁਤ ਬਦਲ ਗਿਆ। ਆਨਲਾਈਨ ਰਿਸ਼ਤੇ ਹੁੰਦੇ ਨੇ, ਤੁਹਾਡੀ ਮੈਚ ਮੇਕਰਸ ਬੈਠੇ ਹੁੰਦੇ ਨੇ ਤੇ ਆਨਲਾਈਨ ਰਿਸ਼ਤਿਆਂ ਦੇ ਵਿੱਚ ਤੁਸੀਂ ਪ੍ਰੋਫਾਈਲ ਸਰਚ ਕਰਦੇ ਹੋ ਤੇ ਫਿਰ ਰਿਸ਼ਤੇ ਜੁੜਦੇ ਨੇ। ਹੁਣ ਇਹਦੇ ਵਿੱਚ ਜਿਹੜਾ ਸੰਵੇਦਨਸ਼ੀਲ ਮੁੱਦਾ ਨਿਕਲ ਕੇ ਆਇਆ ਕਿ ਜੇ ਅਸੀਂ ਇਹਨਾਂ ਐਡਸ ਨੂੰ ਜਾਂ ਇਸ਼ਤਿਹਾਰਾਂ ਨੂੰ ਪੜ੍ਹੀਏ ਤਾਂ ਕਿਸ ਤਰ੍ਹਾਂ ਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਹੁੰਦੇ ਨੇ ਤੇ ਸਾਡੇ ਸਮਾਜ ਦੀ ਕਿਤੇ ਨਾ ਕਿਤੇ ਉਹਦੇ ਨਾਲ ਇੱਕ ਸੋਚ ਜੁੜੀ ਹੋਈ ਆ। ਮੈਂ ਅੱਜ ਇੱਕ ਸਰਸਰੀ ਨਿਊਜ਼ਪੇਪਰ ਦਾ ਪੇਜ ਲਿਆ ਹੈਗਾ ਜਿਹਦੇ ਵਿੱਚੋਂ ਮੈਂ ਕੁਝ ਇਸ਼ਤਿਹਾਰ ਪੜੂੰਗੀ ਤਾਂ ਕਿ ਅਸੀਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਇਸ਼ਤਿਹਾਰ ਕਿਸ ਚੀਜ਼ ਦੇ ਬੇਸ ਦੇ ਉੱਤੇ ਹੈਗੇ ਨੇ। ਪਹਿਲਾਂ ਹੀ ਜਿਹੜਾ ਮੈਂ ਰਿਸ਼ਤਾ ਪੜ੍ਹਨ ਜਾ ਰਹੀ ਹਾਂ, ਸਾਡਾ ਇਹਨਾਂ ਰਿਸ਼ਤਿਆਂ ਨੂੰ ਪੜ੍ਹਨ ਦਾ ਪਰਪਸ ਕੋਈ ਵੀ ਕਿਸੇ ਅਖਬਾਰ ਜਾਂ ਕਿਸੇ ਮੈਟਰੀਮੋਨੀਅਲ ਸਾਈਟ ਦੀ ਗੱਲ ਕਰਨਾ ਨਹੀਂ ਆ, ਸਿਰਫ ਸਮਾਜ ਦੇ ਇੱਕ ਪੱਖ ਦੇ ਉੱਤੇ ਨਜ਼ਰ ਪਾਉਣਾ। ਸੋ ਪਹਿਲਾ ਜਿਹੜਾ ਇਸ਼ਤਿਹਾਰ ਹੈ ਹੈਗਾ ਜੱਟ ਸਿੱਖ 30 ਸਾਲ 5 ਫੁੱਟ 11 ਇੰਚ ਲੜਕੇ ਦੇ ਲਈ ਆਈਲੈਟਸ 6.5 ਬੈਂਡ ਕੰਨਿਆ ਦੀ ਲੋੜ। ਇੱਕ ਹੋਰ ਰਿਸ਼ਤਾ ਜਿਹਦੇ ਤੇ ਮੇਰੀ ਨਜ਼ਰ ਪੈ ਰਹੀ ਹੈ ਜੱਟ ਸਿੱਖ 1996 5 ਫੁੱਟ 11 ਇੰਚ ਲੜਕੇ ਦੇ ਲਈ UK ਜਾਂ ਕੈਨੇਡਾ ਜਾਣ ਲਈ ਓਵਰਆਲ 6 ਬੈਂਡ ਕੁੜੀ ਦੀ ਲੋੜ ਹੈ, ਕੰਨਿਆ ਦੀ ਲੋੜ। ਜੱਟ ਸਿੱਖ ਸਿੱਧੂ ਲੜਕਾ 27 ਸਾਲ 5 ਫੁੱਟ 10 ਇੰਚ ਲਈ 6 ਬੈਂਡ ਲੜਕੀ ਚਾਹੀਦੀ ਹੈ। ਵਿਆਹ ਪੱਕਾ ਤੇ ਖਰਚਾ ਲੜਕੇ ਦਾ ਪਰਿਵਾਰ ਕਰੇਗਾ। ਜੱਟ ਸਿੱਖ 28 ਸਾਲ 5 ਫੁੱਟ 9 ਇੰਚ ਲੜਕੇ ਦੇ ਲਈ ਆਈਲੈਟਸ ਪਾਸ ਕੁੜੀ ਚਾਹੀਦੀ ਹੈਗੀ ਆ। ਨਾਲ ਹੀ ਇੱਕ ਹੋਰ ਰਿਸ਼ਤਾ ਹੈਗਾ ਜੱਟ ਸਿੱਖ ਲੜਕਾ 23 ਸਾਲ 5 ਫੁੱਟ 8 ਇੰਚ ਲਈ ਆਈਲੈਟਸ ਕਲੀਅਰ ਸਟੱਡੀ ਵੀਜ਼ਾ ਲੱਗਾ ਲੜਕੀ ਦੀ ਲੋੜ ਹੈ। ਸੋ ਇਹ ਜਿਹੜੇ ਇੱਕ ਦੋ ਇਸ਼ਤਿਹਾਰ ਅਸੀਂ ਪੜ੍ਹੇ ਆ, ਦੇਖਿਆ ਜਾਵੇ ਤਾਂ ਇਹਨਾਂ ਦੇ ਵਿੱਚ ਸਾਨੂੰ ਡਿਮਾਂਡ ਸਾਹਮਣੇ ਆ ਰਹੀ ਹੈ ਕਿ ਡਿਮਾਂਡ ਹੈਗੀ ਆ ਕਿ ਕੁੜੀ ਨੇ ਆਈਲੈਟਸ ਕੀਤਾ ਹੋਵੇ ਤੇ ਵਿਆਹ ਪੱਕਾ ਜਾਂ ਵਿਆਹ ਕੱਚਾ, ਇਹ ਚੀਜ਼ ਵੀ ਨਾਲ ਲਿਖੀ ਹੋਈ ਆ, ਵਿਆਹ ਕੱਚਾ ਜਾਂ ਵਿਆਹ ਪੱਕਾ, ਨਾਲ ਹੀ ਲੜਕੇ ਦਾ ਪਰਿਵਾਰ ਖਰਚਾ ਕਰੇਗਾ। ਇੱਕ ਹੋਰ ਇੱਥੇ ਰਿਸ਼ਤਾ ਮੈਂ ਦੇਖ ਰਹੀ ਹਾਂ ਜੱਟ ਸਿੱਖ 28 ਸਾਲ 5 ਫੁੱਟ 6 ਇੰਚ MA ਹਿਸਟਰੀ ਲੜਕੇ ਦੇ ਲਈ ਆਸਟ੍ਰੇਲੀਆ ਵਾਸਤੇ ਆਈਲੈਟਸ ਕਲੀਅਰ ਲੜਕੀ ਕੰਨਿਆ ਦੀ ਲੋੜ। ਜੱਟ ਸਿੱਖ ਲੜਕਾ ਉਮਰ 20 ਸਾਲ ਕੱਦ 5 ਫੁੱਟ 8 ਇੰਚ ਲਈ 6.5 ਬੈਂਡ ਕੰਨਿਆ ਦੀ ਲੋੜ। ਸੋ ਇਹ ਜਿਹੜੇ ਸਰਸਰੀ ਨਜ਼ਰ ਦੇ ਨਾਲ ਜਿਹੜੇ ਇਹ ਇਸ਼ਤਿਹਾਰ ਮੈਂ ਪੜ੍ਹ ਰਹੀ ਹਾਂ ਜਿੱਥੇ ਜਿੱਥੇ ਮੇਰੀ ਨਜ਼ਰ ਜਾ ਰਹੀ ਆ, ਅਸੀਂ ਆਈਲੈਟਸ ਨੂੰ ਇੱਕ ਰਿਸ਼ਤਾ ਬਣਾਉਣ ਦੇ ਲਈ ਇੱਕ ਕ੍ਰਾਈਟੇਰੀਆ ਬਣਾ ਲਿਆ। ਸੋ ਇਹਦੇ 'ਚ ਸਾਡੇ ਸਮਾਜ ਦਾ ਇੱਕ ਪੱਖ ਜ਼ਰੂਰ ਸਾਹਮਣੇ ਆਉਂਦਾ ਕਿ ਕੀ ਆਈਲੈਟਸ ਸਾਡੇ ਰਿਸ਼ਤਿਆਂ ਨੂੰ ਜੋੜਨ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰ ਰਿਹਾ ਔਰ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਇੱਕ ਚੀਜ਼ ਨਾਲ ਲਿਖੀ ਹੋਈ ਆ, ਵਿਆਹ ਪੱਕਾ ਜਾਂ ਵਿਆਹ ਕੱਚਾ, ਖਰਚਾ ਲੜਕੇ ਵਾਲਾ ਕਰੇਗਾ। ਇੱਕ ਹੋਰ ਰਿਸ਼ਤਾ ਮੈਂ ਦੇਖਣ ਜਾ ਰਹੀ ਹਾਂ ਜੱਟ ਸਿੱਖ ਲੜਕਾ 28 ਸਾਲ 5 ਫੁੱਟ 9 ਇੰਚ ਲੜਕੇ ਦੇ ਲਈ ਆਈਲੈਟਸ ਪਾਸ ਜਾਂ ਵਿਦੇਸ਼ੀ ਲੜਕੀ ਚਾਹੀਦੀ ਹੈ। ਜੱਟ ਸਿੱਖ 30 ਸਾਲ 5 ਫੁੱਟ 9 ਇੰਚ ਲਈ ਆਈਲੈਟਸ ਕਲੀਅਰ ਕੰਨਿਆ ਚਾਹੀਦੀ ਹੈ, ਖਰਚਾ ਫੈਮਿਲੀ ਵੱਲੋਂ ਕੀਤਾ ਜਾਏਗਾ। ਜੱਟ ਸਿੱਖ ਲੜਕਾ
कॉन्वेंट एजुकेटेड ਉਹਦੇ ਲਈ ਵੀ ਪੱਕੀ ਲੜਕੀ ਚਾਹੀਦੀ ਹੈ ਜਾਂ ਆਇਲਟਸ ਲੜਕੀ ਨੂੰ ਪਹਿਲ। ਜਿਹੜਾ ਮੈਨੂੰ ਬੜਾ ਰਿਸ਼ਤਾ ਚੰਗਾ ਲੱਗਿਆ, ਜੱਟ ਸਿੱਖ ਇਕਲੌਤਾ ਲੜਕਾ, ਵੀਜ਼ਾ ਲੱਗਿਆ ਹੋਇਆ, ਵਿਦੇਸ਼ 'ਚ ਪੱਕੀ ਲੜਕੀ ਚਾਹੀਦੀ ਹੈ, ਪਰ ਮੈਰਿਜ ਬਿਊਰੋ ਵਾਲੇ ਤੇ ਆਇਲਟਸ ਪਾਸ ਮਾਫ ਕਰਨ। ਸੋ ਇਹ ਲਾਸਟ ਸਿਰਫ ਇੱਕ ਲਾਸਟ ਰਿਸ਼ਤੇ ਦੇ ਵਿੱਚ ਲਿਖਿਆ ਹੋਇਆ ਸੀ ਕਿ ਆਇਲਟਸ ਪਾਸ ਮਾਫ ਕਰਨ, ਬਾਕੀ ਸਾਰਿਆਂ ਦੇ ਵਿੱਚ ਰਿਸ਼ਤੇ ਦਾ ਜਿਹੜਾ ਕ੍ਰਾਈਟੇਰੀਆ ਉਹ ਹੈਗਾ ਆਇਲਟਸ। ਹੁਣ ਅਸੀਂ ਇਹਨਾਂ ਇਸ਼ਤਿਹਾਰਾਂ ਦੇ ਸਮਾਜਿਕ ਪੱਖ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ बेशक दाज एक समाजिक कुरीति आ, पर सानू सारिਆਂ ਨੂੰ पता सी कि पहले ਸਮਿਆਂ ਦੇ ਵਿੱਚ ਜਦੋਂ ਵਿਆਹ ਕੀਤਾ ਜਾਂਦਾ ਸੀ ਤੇ ਕੁੜੀ ਨੂੰ ਤੋਰਿਆ ਜਾਂਦਾ ਸੀ ਤੇ ਨਾਲ ਹੀ ਦਾਜ ਵੀ ਦਿੱਤਾ ਜਾਂਦਾ ਸੀ। ਉਸ ਟਾਈਮ ਸਮੇਂ ਦੇ ਹਿਸਾਬ ਨਾਲ ਲੋਕਾਂ ਦੀ ਸੋਚ ਡਿਫਰੈਂਟ ਸੀ, ਪਰ ਹੁਣ ਸਮਾਂ ਬਦਲ ਗਿਆ ਤੇ ਇਹਦੇ ਵਿੱਚ ਅਸੀਂ ਸਭ ਤੋਂ ਪਹਿਲ ਜਾਂ ਅਹਿਮੀਅਤ ਜਿਹੜੀ ਹੈਗੀ ਇਸ਼ਤਿਹਾਰਾਂ ਦੇ ਵਿੱਚ ਆਇਲਟਸ ਨੂੰ ਦਿੱਤੀ ਆ। ਬੇਸ਼ੱਕ ਕਿ ਸਾਰੇ ਰਿਸ਼ਤੇ ਇਦਾਂ ਨਹੀਂ ਹੁੰਦੇ, ਅਸੀਂ ਕਿਸੇ ਵੀ ਅਖਬਾਰ ਜਾਂ ਕਿਸੇ ਵੀ ਰਿਸ਼ਤੇ ਨੂੰ ਨਹੀਂ ਨਿੰਦਣਾ ਚਾਹੁੰਦੇ, ਨਾ ਹੀ ਅਸੀਂ ਇਹ ਕਹਿਣਾ ਚਾਹੁੰਦੇ ਆ, ਕਿਉਂਕਿ ਅਕਸਰ ਪੰਜਾਬੀ ਆ ਜਿਹੜੇ पूरी दुनिया दे विच फैले हुए ने। सो बहुत बार हुंदा सी कि इधर परिवार हैगा गा, इधरों बेटा जा रहा ते उधर लड़की ब्याह के लैके आ रहे ने, सानू परिवार दे विच वधिया सैट होने वाली कुड़ी चाहिए। वो एक जायज़ रिश्ते ने, क्योंकि पंजाबी पूरी दुनिया च फैले हुए ने। सो रिश्ते कितों भी हो सकते हैं, आस्ट्रेलिया, न्यूजीलैंड, अमेरिका, कैनेडा। वो मुद्दा असी नहीं छोड़ रहे, असी सिर्फ ये मुद्दा टच करने की कोशिश कर रहे हैं कि पंजाब के बहुते अखबारों के विच आइलैट्स नूं असी विआह दे लई एक अहम चीज़ मान लिया। हुण इंटरनेशनल इंग्लिश लैंगुएज टेस्टिंग सिस्टम नूं जे असी रिश्ते निभाउण दे विच जगह देण लग गए तां तुहानूं की लगदा कि रिश्ते निभाउण दे लई सानूं विआह दे इस क्राइटेरिया दे उत्ते सोचना बनदा। जे पंजाब दे विच इन्नियां मुंडियां दियां मौतां हो रही ने, असीं कहने कि कुड़ी आइलट्स पास सी उत्थे जाके, क्योंकि किसी दा भी धी पुत्त दी जान जा रही है, तां वो अपने आप दे विच एक अलार्मिंग सिचुएशन आ। सानूं सारिआं नूं सोचना बनदा। एक सवाल इहदे नाल इह वी खड़ा हुंदा भी कि असी मुंडियां दी काबलियत ते शक करते हैं। बहुत सारे मुंडे ने जिहड़े आइलट्स पास करके इन्हां मुल्कां दे विच पढ़ाई करन आए ने, पर फिर अखबारां इहो ਜਿਹੇ रिश्तिਆਂ ਨਾਲ क्यों भरीਆਂ पईਆਂ ने। दूजा सवाल ये भी खड़ा हुंदा कि की सानू लगदा कि हुण रिश्तिਆਂ ने यू टर्न मार ली है कि पहलां असी कुड़ी दे नाल दाज दिंदे सी ते हुण कुड़ियां दी वारी आ गई है कि ਉਹ मुंडे वालिਆਂ ਤੋਂ पैसे लवा रहीਆਂ ने। तीजा सवाल ये भी खड़ा हुंदा कि असी ਇਹਦੇ 'ਚ इन्हां इश्तिहारां दे विच साफ-साफ लिखिया कि एक जाना पैसे लगाऊगा, एक जाना दिमाग लगाऊगा, एक ने आइलट्स किया, एक ने पैसा लाया, सो रिश्ता सिरे चढ़ना। हुण सवाल ये खड़ा हुंदा कि आइलट्स के सिर दे उत्ते कीते हुए रिश्ते कित्थों तक निभणगे। इहदे नाल एक दूजा मुद्दा बिजनेस का भी खड़ा हुंदा। बिजनेस का एक असूल है कि बिजनेस दे विच घाटा भी पै सकदा ते वाधा भी हो सकता, नफा नुकसान दोनों बिजनेस नाल जुड़े हुए ने। सो जे असी इहो जे रिश्ते करते हाँ तो की सानू पहला ही मैंटली प्रिपेयर रहने की लोड़ नहीं है कि सानू नफ़ा भी हो सकता या सानू नुकसान भी हो सकता। मैं पिछले दिनी पंजाब तो एक वीडियो देख रही सी जिहदे च एक लड़के दे नाना जी बहुत फुट के रो रहे सी कि साडे बेटे ने बाहर जाना सी पर कुड़ी ने साडे बेटे नाल धोखा कीता ते मेरे दोते दी डेथ हो गई। वो बहुत फुट के रो रहे सी और ये सिचुएशन अपने आप दे विच एक अलार्मिंग आ। उस बजुर्ग नूं नहीं पता आइलट्स की आ, उस बजुर्ग नूं नहीं पता कि मेरे 6.5 फुट लंबे नौजवान दोते ने खुदकुशी क्यों की। पर यह सवाल तो है कि किहड़े रस्ते ते असीं तुर पए हां, किहड़ा रस्ता असीं इख्तियार कर लिया। क्योंकि अक्सर कहा जाता सी कि ब्याहां दी शानो शौकत या ब्याह नूं सैलीब्रेट करन दे उत्ते असीं बहुत जोर लाउने आ, पर जे असीं उन्ना ही जोर उस रिश्ते नूं निभाउण लई बच्चों नूं ट्रेन करन लई लगाईए कि अगले 6 महीनों दे विच तुसीं की तरक्की करनी है, और असीं सारा पैसा जिहड़ा हैगा वो सिर्फ क्योंकि देखा जाए तो मुंडे ते कुड़ी दा मेन परपस बाहर जाना गा, रिश्ता नहीं आ। एक ने पैसे लाए, एक ने आइलट्स किया, दोनों का मेन परपस, दोनों ने एक दूजे नूं कड़ी वांगू जोड़िया ते दोनों का मेन परपस तो बाहर आना। दिक्कतां तो बाहर आउण तो बाद शुरू होणगीआं। जदों ही एक जाना बाहर आ गया, दूजा जाना हजे उत्थे आ, तां ये सिचुएशन अपने आप दे विच कि जिथे तुसीं पैसे ला रहे हो ते कुड़ी ने आइलट्स किया, तुहानूं पहले स्टैप ते ही सोचण लई ये मजबूर नहीं हो जाना चाहिए कि हो सकता कि इस बिजनेस दे विच सानूं घाटा पै जावे। और
ਅਸੀਂ ਰਿਸ਼ਤੇ ਹੀ ਰਿਸ਼ਤੇ ਦੀ ਜਗ੍ਹਾ ਤੇ ਸੌਦੇ ਹੀ ਸੌਦੇ ਨਹੀਂ ਕਿਤੇ ਗਲਤੀ ਨਾਲ ਕਰੀ ਜਾ ਰਹੇ ਕਿ ਸਾਨੂੰ ਲੱਗ ਰਿਹਾ ਕਿ ਅਸੀਂ ਬਾਹਰ ਜਾਣ ਦੀ ਦੌੜ ਦੇ ਵਿੱਚ ਇੰਨਾ ਆਪਣੀਆਂ ਅੱਖਾਂ ਚੋਂ ਅੰਧਿਆ ਲੀਆਂ ਕਿ ਸਾਨੂੰ ਨਹੀਂ ਪਤਾ ਕਿ ਬੱਚਿਆਂ ਦੀ ਇਮੋਸ਼ਨਲ ਹੈਲਥ ਤੇ ਕੀ ਅਸਰ ਪੈ ਰਿਹਾ। ਕੀ ਉਹ ਕੁੜੀ ਦਿਲੋਂ ਰਾਜੀ ਆ ਕਿ ਉਹਨੇ ਆਈਲੈਟਸ ਕਰ ਲਿਆ ਪਰ ਮੁੰਡੇ ਵਾਲਾ ਪੈਸੇ ਲਾ ਰਿਹਾ, ਫਿਰ ਉਹ ਇੱਥੇ ਆ ਕੇ ਫੋਨ ਚੱਕਣੋਂ ਬੰਦ ਕਰ ਦਿੰਦੀ ਆ। ਸ਼ਾਇਦ ਉਹ ਇਮੋਸ਼ਨਲੀ ਜੁੜੀ ਨਹੀਂ ਆ, ਉਹਨੂੰ ਵੀ ਲੱਗਦਾ। ਔਰ ਇਹਦੇ ਨਾਲ ਇੱਕ ਦੂਜਾ ਪੱਖ ਵੀ ਜੁੜਿਆ ਹੋਇਆ ਕਿ ਅਕਸਰ ਅਸੀਂ ਕਹਿੰਦੇ ਹੁੰਦੇ ਸੀ ਵੀ ਜਦੋਂ ਕਿਸੇ ਤੋਂ ਅਸੀਂ ਦਾਜ ਲੈਂਦੇ ਆ ਤੇ ਜਿਹੜੀ ਵੀ ਕੁੜੀ ਤੋਂ ਅਸੀਂ ਦਾਜ ਲਿਆ ਉਹ ਤੁਹਾਨੂੰ ਜ਼ਰੂਰੀ ਨਹੀਂ ਹੈਗਾ ਕਿ ਬਾਅਦ ਵਿੱਚ ਖੁਸ਼ੀ ਖੁਸ਼ੀ ਤੁਹਾਨੂੰ ਚਾਹ ਦਾ ਕੱਪ ਪਿਲਾਊਗੀ, ਕਿਉਂਕਿ ਅਕਸਰ ਉਹਦੇ ਦਿਮਾਗ 'ਚ ਇਹ ਗੱਲ ਬੈਠ ਜਾਂਦੀ ਆ ਕਿ ਮੇਰੇ ਫਾਦਰ ਸਾਹਿਬ ਤੋਂ ਜਾਂ ਮੇਰੇ ਪਿਤਾ ਜੀ ਤੋਂ ਇੰਨਾ ਕੁਛ ਇਹਨਾਂ ਨੇ ਲਿਆ, ਸੋ ਮੈਂ ਜੇ ਮਨੀ ਦੇ ਕੇ ਆਈ ਹਾਂ ਤਾਂ ਮੈਂ ਕਿਉਂ ਪਰਿਵਾਰ ਦੇ ਵਿੱਚ ਕੰਮ ਕਰੂੰਗੀ। ਕਿਸੇ ਨੇ ਬਹੁਤ ਖੂਬ ਲਿਖਿਆ ਕਿ ਮੈਂ ਜ਼ੀਰੋ ਵਰਗੀ ਆ, ਮੈਨੂੰ ਆਪਣੇ ਮਗਰ ਹੀ ਰੱਖੀ, ਜਦੋਂ ਮਰਜ਼ੀ ਵਰਤ ਲਈ, ਤੇਰੀ ਕੀਮਤ ਵਧਾ ਦਿਆਂਗੀ। ਸੋ ਮੈਨੂੰ ਲੱਗਦਾ ਕਿ ਇਹ ਗੱਲ ਆਈਲੈਟਸ ਦੇ ਨਾਲ ਬਹੁਤ ਜੁੜੀ ਹੋਈ ਆ ਕਿ ਕੀ ਅਸੀਂ ਕੁੜੀਆਂ ਨੂੰ ਪੜ੍ਹਾ ਕੇ ਆਈਲੈਟਸ ਕਰਾ ਕੇ ਉਹਨਾਂ ਨੂੰ ਇਹ ਜਤਾ ਰਹੇ ਹਾਂ ਕਿ ਤੁਸੀਂ ਬਾਹਰ ਜਾਓ, ਫਿਰ ਅਸੀਂ ਆਪਣੇ ਮੁੰਡਿਆਂ ਦੀ ਕਾਬਲੀਅਤ ਤੇ ਸ਼ੱਕ ਕਰੀ ਜਾ ਰਹੇ ਹਾਂ। ਨਾਲ ਹੀ ਨਾਲ ਪੰਜਾਬੀ 'ਚ ਕਹਿੰਦੇ ਆ ਕਿ ਵਿਆਹ ਦਾ ਲੱਡੂ ਜਿਹਨੇ ਖਾਧਾ ਉਹ ਵੀ ਪਛਤਾਇਆ ਤੇ ਜਿਹਨੇ ਨਹੀਂ ਖਾਧਾ ਉਹ ਵੀ ਪਛਤਾਇਆ। ਕੀ ਸਾਡੀਆਂ ਕਹਾਵਤਾਂ ਆਉਣ ਵਾਲੇ ਦਿਨਾਂ 'ਚ ਕਿਤੇ ਬਦਲ ਤਾਂ ਨਹੀਂ ਜਾਣਗੀਆਂ ਕਿ ਆਈਲੈਟਸ ਦਾ ਲੱਡੂ ਜਿਹਨੇ ਖਾਧਾ ਉਹ ਵੀ ਪਛਤਾਇਆ ਤੇ ਜਿਹਨੇ ਨਹੀਂ ਖਾਧਾ ਉਹ ਵੀ ਪਛਤਾਇਆ? ਕਿਉਂਕਿ ਸਮਾਜ ਦੇ ਵਿੱਚ ਇਸ ਆਈਲੈਟਸ ਦੇ ਕਰਕੇ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ। ਬਹੁਤ ਸਾਰੇ ਮੁੰਡਿਆਂ ਦੇ ਰੀਸੈਂਟ ਅਸੀਂ ਇਹੋ ਜਿਹੇ ਕੇਸ ਦੇਖੇ ਹੈਗੇ ਜਿਹਦੇ ਵਿੱਚ ਮੁੰਡੇ ਰੋ ਰਹੇ ਨੇ ਕਿ ਸਾਡਾ ਇੰਨੇ ਲੱਖ ਰੁਪਈਆ ਲੱਗਿਆ ਕੁੜੀ ਉੱਥੇ ਜਾ ਕੇ ਆਈਲੈਟਸ ਕਰਕੇ। ਸੋ ਇਹ ਸਾਰੀਆਂ ਚੀਜ਼ਾਂ ਦੀ ਜੜ ਸਾਨੂੰ ਫੜਨੀ ਪਏਗੀ ਕਿ ਕੀ ਅਸੀਂ ਉਹਨਾਂ ਦੀ ਇਮੋਸ਼ਨਲ ਹੈਲਥ ਦੇ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ। ਦੂਜਾ ਇਹ ਕਿ ਸਾਨੂੰ ਸਾਡੇ ਮੁੰਡਿਆਂ ਨੂੰ ਵੀ ਕਾਬਿਲ ਬਣਾਉਣ ਦੀ ਲੋੜ ਆ। ਬਹੁਤ ਸਾਰੇ ਮੁੰਡੇ ਇੱਥੇ ਆਈਲੈਟਸ ਕਲੀਅਰ ਕਰਕੇ ਆਪਣੇ ਬਲਬੂਤੇ ਤੇ ਆਏ ਨੇ। ਅਸੀਂ ਆਪਣੇ ਮੁੰਡਿਆਂ ਦੀ ਕਾਬਲੀਅਤ ਤੇ ਸ਼ੱਕ ਨਾ ਕਰੀਏ, ਨਾ ਹੀ ਅਸੀਂ ਆਪਣੇ ਰਿਸ਼ਤਿਆਂ ਨੂੰ ਜੋੜਨ ਦੇ ਲਈ ਕੋਈ ਇਹੋ ਜਿਹੇ ਬਿਜ਼ਨਸ ਦੀਆਂ ਸਾਂਡਾਂ ਗਾਂਡਾਂ ਕੱਢੀਏ। ਜਾਂ ਜਿਸ ਤਰ੍ਹਾਂ ਇੱਕ ਦੋ ਰਿਸ਼ਤੇ ਇਹਦੇ ਵਿੱਚ ਇਹ ਵੀ ਸੀਗੇ ਕਿ ਉਹਨਾਂ ਦੀ ਭੂਆ ਦੇ ਮੁੰਡੇ ਨੂੰ ਕਰਵਾਇਆ ਜਾਊਗਾ ਤਾਂ ਫਿਰ ਨਾਲ ਵਾਲਾ ਦੂਜਾ ਕੱਢਣਾ ਹੈਗਾ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨਾਲ ਵਾਲੇ ਜੋੜੇ ਨੂੰ ਵੀ ਅਸੀਂ ਨਾਲ ਰਿਲੇਟ ਕਰ ਰਹੇ ਹਾਂ ਸਿਰਫ ਬਾਹਰ ਜਾਣ ਦੇ ਲਈ, ਕਿ ਉਹ ਇਮੋਸ਼ਨਲੀ ਜਾਂ ਮੈਂਟਲੀ ਤਿਆਰ ਨੇ ਇੱਕ ਦੂਜੇ ਨਾਲ ਵਿਆਹ ਕਰਾਉਣ ਲਈ, ਜਾਂ ਸਿਰਫ ਇੱਕ ਦੀ ਬਲੀ ਦੇ ਰਹੇ ਆ ਤੇ ਨਾਲ ਹੀ ਦੂਜੇ ਦੀ ਬਲੀ ਸ਼ੁਰੂ ਹੋ ਰਹੀ ਆ? ਸੋ ਇਹ ਆਪਣੇ ਆਪ ਦੇ ਵਿੱਚ ਸੌਦਿਆਂ ਦੇ ਉੱਤੇ ਪਹਿਲੇ ਸਟੈਪ ਦੇ ਉੱਤੇ ਸਾਨੂੰ ਸਮਝਣ ਦੀ ਲੋੜ ਆ। ਬਾਅਦ ਦੇ ਵਿੱਚ ਇੰਨੇ ਕਿੰਨੇ ਕੇਸ ਆਉਂਦੇ ਆ ਜਿਹੜੇ ਇੱਥੋਂ ਦੇ ਬਹੁਤ ਸਾਰੇ ਰੇਡੀਓ ਸਟੇਸ਼ਨ, ਇੱਥੋਂ ਦੇ ਬਹੁਤ ਸਾਰੇ ਟੈਲੀਵਿਜ਼ਨ ਚੈਨਲਾਂ ਤੇ ਤੁਸੀਂ ਸਟੋਰੀਜ਼ ਕਵਰ ਕੀਤੀਆਂ ਦੇਖਦੇ ਹੋ, ਜਾਂ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਦੇਖਦੇ ਹੋ ਕਿ ਇਹੋ ਜਿਹਾ ਕੇਸ ਹੋ ਗਿਆ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਤੇ ਇੱਥੇ ਬੱਚਾ ਆਈਲੈਟਸ ਕਰਕੇ ਆਇਆ ਸੀ। ਸੋ ਉਹਨਾਂ ਦੀ ਇਸ ਰਿਸ਼ਤੇ ਦੀ ਸ਼ੁਰੂਆਤ ਹੀ ਅਸੀਂ ਬਿਜ਼ਨਸ ਜਾਂ ਸੌਦੇ ਦੇ ਨਾਲ ਕਰ ਰਹੇ ਹਾਂ। ਕਿ ਅਸੀਂ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਦੇ ਵਿੱਚ ਇਹ ਚੀਜ਼ ਤਾਂ ਨਹੀਂ ਭਰ ਰਹੇ ਕਿ ਰਿਸ਼ਤੇ ਨਿਭਾਉਣ ਦੀ ਕੋਈ ਅਹਿਮੀਅਤ ਹੀ ਨਹੀਂ ਆ? ਜੇ ਅਸੀਂ ਇੱਕ ਮਾਂ ਦੀ ਐਗਜ਼ਾਮਪਲ ਲਈਏ, ਮਾਂ ਆਪਣੇ ਬੱਚੇ ਦੇ ਲਈ ਬਹੁਤ ਕੁਝ ਕਰਦੀ ਆ। ਕਿ ਉਹ ਇੱਕ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਕਰਦੀ ਆ ਜਾਂ ਉਹ ਇਸ ਲਈ ਕਰਦੀ ਆ ਕਿ ਮੈਨੂੰ ਇਹਦੇ 'ਚੋਂ ਕੋਈ ਫਾਇਦਾ ਨਿਕਲਣਾ? ਮਾਂ ਆਪਣੇ ਬੱਚੇ ਦੇ ਲਈ ਉਹ ਸਭ ਕੁਝ ਕਰ ਜਾਂਦੀ ਆ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਸੋ ਰਿਸ਼ਤੇ ਨਿਭਾਉਣਾ ਇੱਕ ਅਲੱਗ ਟੌਪਿਕ ਆ। ਔਰ ਰਿਸ਼ਤਿਆਂ ਦੇ ਵਿੱਚ ਸੌਦੇਬਾਜ਼ੀ ਨੂੰ ਅਸੀਂ ਜਦੋਂ ਇਨਵੋਲਵ ਕਰਦੇ ਹਾਂ ਤਾਂ ਕਿੰਨੇ ਸੋਸ਼ਲ ਇਸ਼ੂ ਇਹਦੇ ਨਾਲ ਪੈਦਾ ਹੁੰਦੇ ਨੇ, ਕਿੰਨੇ ਸਮਾਜਿਕ ਮੁੱਦੇ ਖੜੇ ਹੁੰਦੇ ਨੇ। ਫਿਰ ਆਪਸ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਵਿਆਹ ਜਿਹੜਾ ਹੈਗਾ ਉਹ ਦੋ ਪਰਿਵਾਰਾਂ ਦਾ, ਦੋ ਆਤਮਾਵਾਂ ਦਾ ਤਾਂ ਮੇਲ ਹੈ ਹੀ ਹੈ, ਕਿਉਂਕਿ ਤੁਸੀਂ ਆਪਣੇ ਸੁੱਖ ਦੁੱਖ ਸਾਂਝੇ ਕਰਨੇ ਆ, ਤੁਸੀਂ ਅਗਲੇ ਦੇ ਕਮੀਆਂ ਤੇ ਗੁਣ ਦੋਨੋਂ ਹੀ ਅਪਣਾ ਲੈਣੇ ਨੇ, ਪਰ ਕੀ ਨਾਲ ਦੋ ਪਰਿਵਾਰ ਨਹੀਂ ਜੁੜਦੇ? ਹੁਣ ਜਦੋਂ ਇੱਕ ਪਰਿਵਾਰ ਨੂੰ ਆਟੋਮੈਟਿਕਲੀ ਪਤਾ ਕਿ ਦੂਜੇ ਪਰਿਵਾਰ ਨੇ ਪੈਸੇ ਲਾਏ ਆ, ਇੱਕ ਪਰਿਵਾਰ ਨੇ ਆਪਣੀ ਕੁੜੀ ਨੂੰ ਸਟੱਡੀ ਦੇ ਲਈ ਪ੍ਰਪੇਅਰ ਕੀਤਾ, ਤਾਂ ਕੀ ਉਹ ਪਰਿਵਾਰਾਂ ਦੇ ਵਿੱਚ ਪਿਆਰ ਜਾਂ ਥਵਾਕ ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਇੱਕ ਦੂਜੇ ਨਾਲ ਮਿਲਣ ਵਰਤਣ ਦੀ ਤਾਂਘ ਹੋਊਗੀ? ਕੀ ਉਹ ਕੁੜੀ ਦੇ ਵਿੱਚ ਇਸ ਚੀਜ਼ ਦੀ ਤਾਂਘ ਹੋਊਗੀ ਕਿ ਇਸ ਪਰਸਨ ਨੇ ਮੇਰੇ ਤੇ ਪੈਸੇ ਲਾਏ ਆ, ਤੇ ਕੀ ਉਹ ਇਮੋਸ਼ਨਲੀ ਉਹਦੇ ਨਾਲ ਅਟੈਚ ਹੋਊਗੀ? ਦੂਜਾ ਇਹ ਕਿ ਕੀ ਉਹ ਮੁੰਡਾ ਜਿਹਨੂੰ ਲੱਗ ਰਿਹਾ ਕਿ ਇਹ ਕੁੜੀ ਤੇ ਮੈਂ 35 ਜਾਂ 40 ਲੱਖ ਰੁਪਏ ਲਾਏ ਆ, ਉਹ ਮੁੰਡਾ ਇਮੋਸ਼ਨਲੀ ਉਹਨੂੰ ਆਪਣੀ ਐਜ਼ ਅ ਵਾਈਫ ਦੇਖ ਰਿਹਾ ਜਾਂ ਉਹਨੂੰ ਲੱਗ ਰਿਹਾ ਕਿ ਮੈਂ ਪੈਸੇ ਲਾਏ ਆ? ਕਿਉਂਕਿ ਜਿੱਥੇ ਵੀ ਪੈਸਾ ਆ ਜਾਂਦਾ ਉੱਥੇ ਰਿਸ਼ਤਿਆਂ ਦਾ ਨਿਭਣ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਜਾਂਦੀਆਂ। ਦੂਜਾ ਇਹਦੇ 'ਚ ਇੱਕ ਮਸਲਾ ਹੋਰ ਖੜਾ ਹੁੰਦਾ ਕਿ ਅਸੀਂ ਇਹ ਸੌਦੇ ਕਰ ਤਾਂ ਲਏ, ਉਸ ਤੋਂ ਬਾਅਦ ਦੂਜੇ ਮੁਲਕ ਦੇ ਵਿੱਚ ਜਾਣਾ। ਦੂਜੇ ਮੁਲਕ ਦੇ ਵਿੱਚ ਇੱਥੇ ਕੋਈ ਵੀ ਆਉਂਦਾ 2 ਸੂਟਕੇਸ ਲੈ ਕੇ ਆਉਂਦਾ $0 ਦੇ ਨਾਲ ਜਾਂ ਥੋੜ੍ਹੇ ਬਹੁਤ ਡਾਲਰ ਲੈ ਕੇ ਆਉਂਦਾ, ਇੱਥੇ ਆ ਕੇ ਉਹਨੇ ਖੁਦ ਕਮਾਈ ਕਰਨੀ ਆ। ਇੱਥੋਂ ਦੇ ਇਸ਼ੂ
टोटली डिफरेंट ने। पंजाब तो असीं आउंदे आ बिल्कुल वखरी दुनिया दे विच आ जाने ते इत्थे आके फिर जिहड़े पैसे असीं ला के एक वारी पूरी दौड़ दे विच जोर लाता कि असीं बाहरले मुल्क च जाना, चाहे असीं कैनेडा जाना, अमरीका जाना, यूके जाना, आस्ट्रेलिया जाना, न्यूजीलैंड जाना, उत्थों तक दी रेस साडी पूरी हो गई। उहदे विच असीं रिश्ते नूं इन्वॉल्व कर लिया। पर इत्थे आके एक डिफरेंट नवीं जिहड़ी दौड़ शुरू हुंदी है कि उहदे च फिर वो रिश्ता निभाउण दे योग होणगे कि उहदे च वो एक दूजे दीयां कमियां, एक दूजे दे गुणां नूं समझदे ने। नाल ही नाल इत्थे एक सवाल ये भी खड़ा हुंदा कि की सानू एक लकीर नहीं खिंचनी पऊगी। अक्सर कहते हैं कि तुसीं अपनी प्रोफैशनल या परसनल लाइफ जे मिक्स कर दिंदे हो तो खिचड़ी बन जाती है। कि असीं बिजनस ते रिश्तियां नूं, विआहां नूं एक सौदेबाजी का रूप नहीं दे रहे। ये इश्तिहार साडी मानसिकता नूं जाहिर करदे ने। ਜਿਹੜੇ इश्तिहार असीं पढ़िया एक रैंडम पेपर तो लैके ये साडी मानसिकता नूं जाहिर कर रहे हैं। सानू असीं कई तरह के सवालों च घिरे हुए हैं। एक तो मुंडियां दी काबलियत ते शक हो रही है जिहड़ी कि नहीं होनी चाहिए। दूजा ये कि असीं किते कुड़ियां लई यू टर्न तां नहीं मार दित्ती कि उन्हां नूं लग रहा कि हुण सानू दाज मिलूगा आइल्स दे चक्कर च। बाकी ये नाल एक जिहड़ी चीज़ सादे ब्याहां दा कॉन्सैप्ट असीं कहंदे सी कि असीं ब्याह बिल्कुल सादे करने चाहिए। और जदों ब्याह हुंदा ते अक्सर इन्हां मुल्कां दे विच देखिया जावे ते गुरु महाराज दी हजूरी दे विच जिहड़ा रिश्ता शुरू होना उत्थे गुरुद्वारा साहब दे विच बहुत इकट्ठ हुंदा। पर जे पंजाब दे असीं ब्याहां दी गल करदे हां क्योंकि किते ना किते सौदेबाजी नाल जुड़ी होई आ ते गुरुद्वारा साहब दे विच कुड़ी वाले पक्ष तो भी या मुंडे वाले पक्ष तो भी सिर्फ 10 या 20 जाने होंदे ने। जिहड़ा असली समागम आ उहदे विच बहुत घੱਟ लोग हुंदे ने, बाकी सारे पैलेस दे विच हुंदे ने। सो साडी मानसिकता दे कई सवाल, ये समाजिक मुद्दे भी सवाल भी सानू शुरू दे विच ये समझने पैणगे। जिहड़े परिवार ये मुद्दਿਆਂ ਨੂੰ समझदे ने ਉਹ शायद इस प्रोग्राम ਨੂੰ देख के किसी ਨੂੰ ਇਹ लगे कि हाँ असी इस तो पहला ये चीज़ क्लीयर कर लीए। ये हो सकता कि इधरों उस रिश्ते दे विच असीं पैसा इन्वॉल्व ना करिए या सौदेबाजी इन्वॉल्व ना करिए। फिर दोनों बेटा बेटी बाहर आ रहे नहीं तो ये उन्होंने पर्सनल डिसीजन आ। पर जे असीं खुद ही उन्होंने इस सौदेबाजी दे विच धकेल रहे हैं या रिश्तियां दी बजाय एक बिजनेस वांगू ट्रीट कर रहे हैं तो वो अपने आप दे विच अलार्मिंग आ। नाल ही इहदे विच रिस्क भी इन्वॉल्व हुंदा क्योंकि जे तुसीं सौदा कर रहे हो तो रिस्क हो सकता। और इहदी एग्जाम्पल साडे बहुत सारे केसां तो आई है जिथे उन्होंने कहा कि साडे पैसे लग गए पर हुण साडे मुंडे ने खुदकुशी कर ली या साडे पैसे लग गए, हुण साडा बेटा हजे बाहर नहीं गया, उधरों हजे कोई रिस्पॉन्स नहीं आ रहा, या कुड़ियां आइलैट्स करके इत्थे आ गईयां हुण वापस जाके विआह नहीं करा रहीआं। ये अपने आप नाल कई मुद्दे जुड़े हुए ने। कई कुड़ियां इत्थे आ जांदियां ने फिर आइलैट्स करके आके वापस नहीं जांदियां, वो उत्थे वेट कर रहे हैं क्योंकि उन्होंने बिजनेस दे विच पैसा लग्या होया। फिर इहदा मतलब यही आ कि ये रिश्ता नहीं सी, ये एक तरह नाल बाहर जाण दी साडी दौड़ सी, बाहर जाण दा साडा एक दोनों धिरां दा बाहर जाण दा एक पर्पस सी। इहदे विच नाल नाल परिवार भी खज्जल खुआर हुंदे नहीं, परिवारां दे वो दुख वो रोने देखे नहीं जाते जो उन्होंने लगता कि साढ़े 6.5 फुट उच्चा लंबा जवान गभरू साडा पुत मर गया क्योंकि साडी धी ने आइलैट्स करके उत्थे गई सी, उत्थे उन्होंने नहीं बुलाया, वो इमोशनल स्ट्रैस दे विच सी, वो डिप्रैशन दे विच सी। ये सारिया चीज़ां इस रिश्तियां दे नाल जुड़ियां होईयां ने। सानू एक बारी अपने घरां दे विच की तुहानू नहीं लगता कि ये अखबार चक के देखण दी लोड़ आ, ये सोचण दी लोड़ आ कि की असीं दाज नू कोई दूजा रूप तां नहीं देता, इहो जिहा खतरनाक रूप तां नहीं देता जिहदे विच साडे धीआं पुत्त साडे हत्थां तो खुस रहे ने। और ते नाल ही नाल सानू साडे मुंडियां नू होर भी काबिल बनाउण दी लोड़ आ। मुंडे साडे बहुत काबिल ने, बहुत टैक्नीकल तरीके ने जिन्हां नाल बाहर आया जा सकदा, बहुत होर जॉब स्किल्स दी इत्थे लोड़ आ जिहदे जरिए इत्थे आया जा सकदा। साडे बेटे भी इत्थे आ सकदे ने। सिर्फ ये नहीं है कि एक आइलैट्स ही एक जरिया रह गया या एक विआह ही एक जरिया रह गया। इस सरसरी गल दे विचों ही अखबार चक के ये देखण दी भी लोड़ है कि मापे भी नाल नाल पूरा सहयोग दे रहे आ कि मापियां दा किते कोई ये लालच तां नहीं हैगा कि ये डील हो जाए तो उस तो बाद सारी का सारा परिवार असी बाहर जावांगे। कि मापियां दा लालच साडे पुत्तां दी धौण तां नहीं वढ रहा या मापियां दा लालच साडे धीआं दे उत्ते मैंटल स्ट्रैस तां नहीं पा रहा कि आइलैट्स करो। तो वो अपने आप वो दोनों बेटा बेटी राजी ही नहीं, तो मापे सिर्फ अपने लालच नूं सोचते हुए ये इश्तिहार दे के ये सौदेबाजियां कर रहे हैं। ये अपने आप दे विच सोचण लई बड़े वड्डे सवाल ने क्योंकि जे असीं इन्हां सवालां नूं पहले स्टैप ते सोच लिया तो हो सकदा परिवारां दे परिवार
साडे बच्चे बच जाण। ये एक इहो जी लहर ते पानी दी छाला जिहदे च पता नहीं किन्ने धीआं पुत आ रहे ने जिहड़े आपस दे विच सिर्फ ते सिर्फ इस सौदे ही सौदियां दे शिकार होए होए ने। नाल ही नाल सानू अपने रिश्तियां दे विच ते कम्मां दे विच लकीर खिच्चणी पऊगी। जे असीं बाहर जाना तां ओह साडा एक काम आ, असीं बाहर जाणागा उत्थे जाके अपने आप नूं सैटल करना। असीं अपने काम नूं अपने रिश्तियां दे विच ना इनवॉल्व करिए। जदों ही साडे काम या साडे अंबिशन साडे रिश्तियां दे विच आ जांदे आ तां हो सकदा कि ये रिश्ते सौदेबाजियां दे विच टकरा जांदे आ। सो परिवारां दे लई भी मापियां दे लई भी ये सोचण वाली गल है। और उस तो भी वध के उन्हां नौजवानां नूं मैं जरूर कहूँगी कि जे तुहानूं लगदा कि तुहाडे च काबलियत हैगी आ, तुसीं इस तरह की किसी भी सौदेबाजी दे विच नहीं पैणा तां इहो ਜਿਹੇ तरीकिਆਂ ਨੂੰ ना अपनाओ। आस करदे हां कि तुसीं इन्हां सरसरीਆਂ ਗੱਲਾਂ ਨੂੰ ਜ਼ਰੂਰ पसंद किया होएगा कि ते सोचोगे जरूर कि असी जिंदगी बनाउण दे चक्कर दे विच परिवारां नूं बाहर भेजण दे चक्कर दे विच किसी दी जिंदगी बिगाड़ तां नहीं रहे। ये वड्डे सवाल ने। इन्हां सवालों मैं तुहाडे ते छड्डदी हां। तुसीं की सोचदे हो? अपनी फीडबैक जरूर दिओ। आस करदे हां कि गल्लां दे विचों गल कड़ी दे विच इस सैगमेंट नूं तुसीं जरूर पसंद कीता होएगा। फिर तो एक वखरी ते सरसरी गल लैके तुहाडे नाल रूबरू होवांगे। तद तक लई देखते रहो प्राइम एशिया टीवी, तुहाडा अपना तुहाडे लई।